पुन सीसा जी पुन सीसा बंदो बार बार जगदीशा जिसमें है अमृत व्याम है मालिक भगत वैराग श्री गुरु ग्रंथ साहिब उदद बंदों कार्य अनुराग एक ओंकारा सतगुरु एह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। दसां पातशाहियां की जोत धन श्री गुरु ग्रंथ साहिब जी महाराज सतगुरां दी अपर अपार कृपा रहमत दा सत्कार जगत गुरु श्री गुरु नानक देव साहिब जी महाराज सतगुरां दे पावने अस्थान गुरुद्वारा श्री बेल साहिब जी दे गुरु चरणों की आरती कर रही गुरु की साथी वाक्य विश्वास जीओ सतगुरां ने कृपा की है अपने अमृतमयी दीदार सत्संगत का अमोलक साਡਾ ਸਮਾਂ बख्शिया है। लड़ीवार रूप दे विच दशमेश पिता श्री गुरु गोबिंद सिंह साहिब जी महाराज सतगुरां दे पावन इतिहास की गाथा कर रही। सतगुरु जी मालवे के इलाके रामे वाले पिंड तो सतगुरु गरीब नवाज अगे जा रहे हैं और जांदियां होया जो पिछों ये आवाज आ रही है, ये खबर आ रही है, पता लगा है कि सरहंद दा सूबा वजीर खान सरहंद दा सूबा वजीर खान जो फौजा करके चढ़िया आया सतगुरु गरीब नवाज अगे जा रहे हैं। तो महाराज साहब जी अपने घोड़े को जान भाई जिसका नाम है सही सही तोड़ते जाते। भाई दान सिंह के पुत्र ने महाराज को बेनती की कि सतगुरु जी पिछे दुर्गा की फौज आ रही है, आप जी अपने घोड़े को तेज करो। महाराज ने फिर नहीं ख्याल किया, उसने फिर बेनती की। कई बार उन्हें आख्या पर सतगुरु साहब जी सही सही जा रहे अपने आनंद दे। भाई दाना सिंह के पुत्र के हथ के कोरड़ा सी, उन्हें महाराज के घोड़े से मारिया कोरड़ा ते कहंदा सतगुरु जी तुसीं तां इहनूं तेज तोड़दे ही नहीं हो, पिछे तुरकां की फौज आ रही हो, तुरकां की फौज आ रही है, छेती करो तेज बढ़ाओ। जब महाराज के घोड़े से कोरड़ा मारिया ना भाई दाना सिंह बैराग के पुत्र ने, सतगुरु कहते तेरी संतान हारी जाए, तू साडे जान भाई के कोरड़ा मारे।
ਜਿਹੜਾ ਸਾਡੇ ਉਸਾਰੀ ਹੋ ਕੇ ਚੱਲਦਾ ਤੇਰੀ ਸੰਤਾਨ ਮਾਰੀ ਜਾਵੇ। ਜਦੋਂ ਇਹ ਵਚਨ ਮਹਾਰਾਜ ਸਾਹਿਬ ਜੀ ਨੇ ਆਖਿਆ ਤੇ ਉਸ ਮੌਕੇ ਤੇ ਭਾਈ ਦਾਨ ਸਿੰਘ ਨੇ ਸੁਣ ਕਰਕੇ ਬੜਾ ਦੁੱਖ ਮੰਨਿਆ ਕਿ ਇਹ ਤਾਂ ਸ਼ਰਾਪ ਦਾ ਵਚਨ ਹੋ ਗਿਆ ਮੇਰੇ ਪੁੱਤਰ। ਇੱਥੋਂ ਦੀ ਆਪਾਂ ਸਾਧ ਸੰਗਤ ਦੀ ਗੱਲ ਇਤਿਹਾਸ ਸਰਵਣ ਕੀਤਾ। ਇਸ ਤੋਂ ਅੱਗੇ ਭਾਈ ਦਾਨ ਸਿੰਘ ਆਪਣੇ ਪੁੱਤਰ ਨੂੰ ਬਖਸ਼ਾਉਣ ਵਾਸਤੇ ਜਿਵੇਂ ਬੇਨਤੀ ਕਰਦਾ ਹੈ। ਰਾਮੀਆਂ ਦੇ ਪਿੰਡ ਤੋਂ ਅੱਗੇ ਪਦਰਾਣੀ ਦੀ ਢਾਬ ਵੱਲ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਾ ਰਹੇ ਹਨ। ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਪੁੱਤਰਾਂ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਉਚਾਰਨ ਕਰੋ ਜੀ ਸਤਿਨਾਮ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਈ ਦਾਨ ਸਿੰਘ ਨੇ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਨੇ ਮੇਰੇ ਪੁੱਤਰ ਤੋਂ ਅਪਰਾਧ ਹੋ ਗਿਆ ਜੋ ਇਸਨੇ ਆਪ ਜੀ ਦੇ ਘੋੜੇ ਦੇ ਕੋਰੜਾ ਮਾਰਿਆ ਹੈ। ਮਹਾਰਾਜ ਮੈਂ ਬੇਨਤੀ ਕਰਦਾ ਹਾਂ, ਮੈਂ ਮਾਫੀ ਮੰਗਦਾ ਹਾਂ। ਗਰੀਬ ਨਵਾਜ ਸਤਿਗੁਰੂ ਕਲਗੀਧਰ ਪਾਤਸ਼ਾਹ ਆਪ ਜੀ ਨੂੰ ਬਖਸ਼ਣਾ ਹੀ ਬਾਣਾ ਦਾ ਆਪ ਮੇਰੇ ਪੁੱਤਰ ਨੂੰ ਬਖਸ਼ ਦੇਵੋ। ਮਹਾਰਾਜ ਦੀ ਪਹਿਲੀ ਉਮਰ ਹੈ, ਛੋਟੀ ਉਮਰ ਹੈ, ਇਸ ਕਰਕੇ ਇਹਨੇ ਜੇ ਮੂਰਖਪੁਣਾ ਕੀਤਾ ਹੈ, ਇਹ ਅਣਜਾਣਪੁਣੇ ਦੇ ਵਿੱਚ ਇਹਨੇ ਆਪ ਜੀ ਦੇ ਘੋੜੇ ਨੂੰ ਕੋਰੜਾ ਮਾਰਿਆ ਹੈ। ਸਤਿਗੁਰੂ ਜੀ ਮੇਰੇ ਪੁੱਤਰ ਨੇ ਆਪ ਜੀ ਦੇ ਪ੍ਰਤਾਪ ਨੂੰ ਨਹੀਂ ਜਾਣਿਆ ਹੈ, ਆਪ ਜੀ ਦੀ ਮਹਿਮਾ ਨੂੰ ਨਹੀਂ ਜਾਣਿਆ ਹੈ। ਇਹ ਗਰੀਬ ਨਵਾਜ ਸਤਿਗੁਰੂ ਜੀ ਮੇਰੇ ਪੁੱਤਰ ਨੇ ਗੁਰੂ ਕੇ ਸਿੱਖਾਂ ਦੀ ਆਪ ਜੀ ਦੇ ਸਿੱਖਾਂ ਦੀ ਸੰਗਤ ਨਹੀਂ ਕੀਤੀ ਹੈ, ਇਸ ਕਰਕੇ ਇਹਨੇ ਆਪ ਜੀ ਦੇ ਪ੍ਰਤਾਪ ਨੂੰ ਨਹੀਂ ਸਮਝਿਆ ਹੈ, ਆਪ ਜੀ ਦੀ ਮਹਿਮਾ ਨੂੰ ਨਹੀਂ ਜਾਣਿਆ। ਕਿਉਂਕਿ ਗੁਰੂ ਕੀ ਸੰਗਤ ਜੀ ਗੁਰੂ ਸਾਹਿਬ ਜੀ ਦੇ ਪ੍ਰਤਾਪ ਨੂੰ ਸਮਝਣ ਵਾਸਤੇ ਗੁਰੂ ਕੇ ਸਿੱਖਾਂ ਦੀ ਸੰਗਤ ਕਰਨੀ ਪੈਂਦੀ। ਗੁਰੂ ਕੀ ਸੰਗਤ ਵਿੱਚੋਂ ਗੁਰੂ ਕੇ ਸਿੱਖਾਂ ਵਿੱਚੋਂ ਹੀ ਗੁਰੂ ਸਾਹਿਬ ਜੀ ਦੇ ਪ੍ਰਤਾਪ ਦਾ ਪਤਾ ਲੱਗਦਾ। ਇਸ ਕਰਕੇ ਅੰਮ੍ਰਿਤ ਬਾਣੀ ਚ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਜਿੱਥੇ ਗੁਰੂ ਕੀ ਸੰਗਤ ਦੀ ਲੋੜ ਹੈ ਉੱਥੇ ਗੁਰੂ ਕੇ ਸਿੱਖਾਂ ਦੀ ਸੰਗਤ ਦੀ ਲੋੜ ਵੀ ਹੈ। ਗੁਰੂ ਕੇ ਸਿੱਖਾਂ ਦੀ ਸੰਗਤ ਦੀ ਵੀ ਵੱਡੀ ਭਾਰੀ ਲੋੜ ਹੈ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਅਨੇਕ ਵਾਰੀ ਫਰਮਾਇਆ, ਜਿਵੇਂ ਸਤਿਗੁਰੂ ਕਹਿੰਦੇ ਹਨ, ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਬਾਕੀ ਵੀ ਗਤ ਹਾਂ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੇ ਤਾਈਂ ਬੇਨਤੀ ਕਰਦਾ ਹੈ, ਭਾਈ ਦਾਨ ਸਿੰਘ ਬੈਰਾੜ ਮਹਾਰਾਜ ਮੇਰੇ ਪੁੱਤਰ ਨੇ ਆਪ ਜੀ ਦੇ ਸਿੱਖਾਂ ਦੀ ਗੁਰ ਸਿੱਖਾਂ ਦੀ ਸੰਗਤ ਨਹੀਂ ਕੀਤੀ, ਇਸ ਕਰਕੇ ਇਹਨੂੰ ਆਪ ਜੀ ਦੇ ਪ੍ਰਤਾਪ ਦੇ ਬਾਰੇ ਪਤਾ ਨਹੀਂ ਹੈ ਤੇ ਅਪਰਾਧ ਕੀਤਾ ਹੈ। ਮੈਂ ਮਾਫੀ ਮੰਗਦਾ ਹਾਂ। ਇਹ ਗਰੀਬ ਨਵਾਜ ਸਤਿਗੁਰੂ ਜੀ ਇਹ ਆਪ ਜੀ ਦੀ ਵੱਡੀ ਮਹਿਮਾ ਨਹੀਂ ਜਾਣ ਸਕਿਆ ਹੈ। ਤਾਂ ਜਦੋਂ ਬੇਨਤੀ ਕੀਤੀ ਨਾ ਭਾਈ ਦਾਨ ਸਿੰਘ ਨੇ, ਉਸ ਦੀ ਕੀਤੀ ਹੋਈ ਬੇਨਤੀ ਸੁਣ ਕਰਕੇ ਸਤਿਗੁਰੂ ਜੀ ਦੇ ਹਿਰਦੇ ਦੇ ਵਿੱਚ ਕਰੁਣਾ ਆ ਗਈ। ਮਹਾਰਾਜ ਸਾਹਿਬ ਜੀ ਦੇ ਹਿਰਦੇ ਵਿੱਚ ਕਿਰਪਾ ਆਈ ਹੈ ਤੇ ਕਿਰਪਾ ਦੇ ਘਰ ਵਿੱਚ ਆ ਕੇ ਦਸ਼ਮੇਸ਼ ਪਿਤਾ ਕਹਿਣ ਲੱਗੇ, ਦਾਨ ਸਿੰਘ ਭਾਈ ਤੂੰ ਕੋਈ ਚਿੰਤਾ ਨਾ ਕਰ। ਮਹਾਰਾਜ ਕਹਿੰਦੇ ਪਿਤਾ ਪੁੱਤਰ ਨੂੰ ਗਾਲੀ ਦੇ ਹੀ ਲੈਂਦਾ ਹੁੰਦਾ ਹੈ ਤੇ ਪਿਤਾ ਦਾ ਜਿਹੜੀ ਗਾਲੀ ਉਹ ਪੁੱਤਰ ਨੂੰ ਨਹੀਂ ਲੱਗਦੀ। ਆਪਣੇ ਘਰਾਂ ਵਿੱਚ ਪਰਿਵਾਰਾਂ ਵਿੱਚ ਕਈ ਵਾਰੀ ਪਿਤਾ ਆਪਣੇ ਪੁੱਤਰ ਨੂੰ ਕਹਿ ਦਿੰਦਾ ਕਿ ਮਰ ਜਾ ਮਗਰੋਂ ਲੈ ਜਾ, ਆਖ ਦਿੰਦਾ ਗੁੱਸੇ ਵਿੱਚ ਆ ਕੇ। ਤੇ ਕਈ ਵਾਰੀ ਮਾਂ ਕਹਿ ਦਿੰਦੀ ਹੈ, ਮਾਂ ਦੇ ਸੁਭਾਅ ਕੀ ਹੈ ਕਿ ਦਿੰਦੀ ਕਈ ਵਾਰੀ ਆਵਾਜ਼ ਮਾਰ ਲੱਗੀ ਆਂਦੇ ਮਰ ਜਾਣੇ ਸੁਭਾਅ ਕੀ, ਪਰ ਉਹ ਮਰ ਜਾਣਾ ਕਹਿਣ ਦਾ ਮਤਲਬ ਹਿਰਦੇ ਤੋਂ ਨਹੀਂ ਹੁੰਦਾ। ਕੋਈ ਵੀ ਮਾਤਾ ਪਿਤਾ ਆਪਣੇ ਬੱਚਿਆਂ ਵਾਸਤੇ ਨਹੀਂ ਕਿਉਂ ਚਾਹੁੰਦਾ ਕਿ ਮੇਰਾ ਪੁੱਤਰ ਮਰ ਜਾਵੇ, ਪਰ ਸੁਭਾਵਿਕ ਕਈ ਵਾਰੀ ਮਾਤਾ ਪਿਤਾ ਇਸ ਤਰ੍ਹਾਂ ਕਹਿ ਦਿੰਦੇ ਆਪਣੇ ਬੱਚਿਆਂ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਦਾਨ ਸਿੰਘ ਪਿਤਾ ਦੀ ਪੁੱਤਰ ਨੂੰ ਗਾਲੀ ਨਹੀਂ ਲੱਗਦੀ ਹੁੰਦੀ ਹੈ।
क्योंकि पिता के हिरदे दे विच भारी स्नेह हुंदा है, पुत्र वास्ते भारी प्यार हुंदा है। पर किसी वेले गुस्सा आई जाता है पिता नूं ते रिस दे वस विच हो के, गुस्से दे वस विच हो करके किस वेले बद असीस भी निकल जाती है मुख दे विचों। पर पिता अपने पुत्र की हानि नहीं चित्त विच चाहुंदा। मुख तो भावें किसी वेले गुस्से जाके पिता कह ही दवे, पुत्र नूं गाली दे ही दवे, ते सतगुरु कहंदे कि हिरदे विचों पिता नहीं चाहुंदा अपने पुत्र दा माड़ा। तुसीं जिन्ने भी मेरे सिख हो ना, गुरसिखो, मेरे पुत्रां दे बराबर हो। मेरे वास्ते जिस तरह अजीत सिंह, जुझार सिंह, जोरावर सिंह ते फतेह सिंह है ना, मेरे पुत्रां दी तरह तुसीं मेरे सिख हो। ते असीं ते सदा यही चाहुंदे हां गुरसिखो कि तुसीं मेरे पुत्र हो ते सदा वास्ते वड्डे भारी घनेरे सुख लवो। कलगीधर पातशाह जी का यह वचन सुन करके फिर भी दान सिंह ने हाथ जोड़ के आख्या, महाराज आप जी के वचन जो आप जी ने कह दिता कि तेरी संतान मारी जाए, तेरी संतत मारी जाए, ये आप जी के वचन अमोड़ हैं, ये तो मारे पूरे होंगे, ये किसी तो मोड़े नहीं जाने। ये अमोड़ वचन हैं, किसी तरह भी ये मोड़िया ये मेलियां मिट नहीं सकते हैं। महाराज मेरे हिरदे दे विच ते बड़ा बड़ा भरम बन गया कि हुण मेरे पुत्र की अगे संतान फिर मारी जाएगी। आप जी के वचन तुहाडे मुख तो वचन निकलिया है। महाराज मेरा चित्त किवें खलोवे, मैं सदा वास्ते आप जी का चेला हाँ, आप जी का सिख हाँ, मेरे चित्त विच भरम बन गया है। कृपा के खजाने धन श्री गुरु गोबिंद सिंह महाराज जी ने भाई दान सिंह बैराग नूं फिर समझाउणा कीता। भाई दान सिंह का हिरदा भरम तो रहत करने वास्ते एक दृष्टांत सुनाया फिर महाराज ने। कलगीधर पातशाह जी कहन लगे, दान सिंह दृष्टांत सुन असीं तैनूं दसदे हां। जिस वेले किसी मौके ते जंगल दे विच अग लग जांदी, जंगल नूं अग लगदी है, उहनूं दावा अग्नि कहंदे साध संगत। अग्गां दे वक्रे वक्रे नाम हन, जिहड़ी जंगल नूं साड़दी उहदा नाम दावा अग्नि है। तां महाराज कहते कि जिस वेले जंगल नूं अग लग जावे ते जंगल सड़न लगे ते जंगल दे विच शेर ते शेरनी दे बच्चे आ, शेरनी ने बच्चे दिते होए आ जिस थां ते उत्थे भी अग लगी हुई है। ते अपने बच्चों को बचाने वास्ते शेरनी अपने मुख में चुक लेंदी, अपने मुंह दे विच जिस मुख दे नाल शिकार करती है दूसरे जानवरों का, चीर फाड़ के रख लेंदी है दूसरे के शरीर। जो जंगल को अग लगती है तो अपने बच्चों को अग तो बचाने वास्ते अपने मुख में चुक लेंदी है, एक थां तो चुक करके ते दूजे थां ते लैके जाती। जिहड़ा वेखण वाला हुंदा है ना, उहनूं भुलेखा पै जाता, वो जानता है कि इस तरह लगता है कि अपने बच्चों को खा रही है शेरनी, क्योंकि दंदां विच लैके अपने मुख विच लैके चुक के जा रही है। वो अग तो बचाउण वास्ते दूजे थां ते लैके जाती, पर वेखण वाले नूं भुलेखा पै गया कि शेरनी अपने बच्चों को खा रही है। पर वो दंदां दे विच अपने बच्चों को चुबाउंदी नहीं है, चुभण नहीं देंदी है दंद। वो अपने बच्चों के शरीर के उत्ते अपने दंद खुबन नहीं देती है,
वो पोला जिहा फड़ के उन्होंने शरीर में ले जाती है। इस तरह सुख के सहित उसे ही जंगल के विच होर थां ते ले जाके जिथे अग नहीं होती उत्थे ले जाके रखती है। इस तरह भाई दान सिंह जान करके अपने मन का भरम भुलेखा दूर कर दिया। जो साडे मुख के वचन निकले आ ना सुभाविक महाराज कहते तेरे पुत्र कुछ नहीं होगा कि तेरी संतान। गरीब नवाज कहते इस तरह जान लै जिवें वो शेरनी वो बचाउंदी है अपने बच्चों को वेखण वाला ख्याल करता है कि अपने बच्चों को खा चली, पर वो तो दंद फुकण नहीं देती अपने बच्चों के शरीर। इस तरह तुसीं साडे पुत्र हो ते महाराज कहते पिता पुत्र का माड़ा नहीं सोचदा, तुसीं साडे पुत्रां दी तरह हो, साडे सिख ने। तां गरीब नवाज साहब जी कहते भी ये भरम अपने हिरदे का दूर कर दे। जो मन दे विच शंका मनिया होया है शंका त्याग देना कर। इस तरह कलगीधर पातशाह ने जो वचन किया कि ये साडे मुख का वचन जिहड़ा वा इह नहीं लगेगा, ये तो जो गरीब नवाज साहब जी आप चाहन कि उस वेले साध संगत जी वचन पूरा होता वा। ये होना कि महाराज की मर्जी तो बिना गुरु का वचन पूरा होता। गुरु साहब जी जेड़ा वचन पूरा करना चाहते हैं वही वचन सफलता है। तो वो वचन जिवें हुण माफी मंग रहे थे महाराज साहब जी ने आख्या भी नहीं कुछ होगा, तुसीं साडे पुत्र बख्श दिता गरीब नवाज साहब जी। ये वचन कलगीधर पातशाह का सुन करके भाई दान सिंह हिरदे विच आनंद दे सहित होया। घोड़े ते सवार सी ना नाल जा रहा सी, घोड़े ते बेनती की चढ़े जाते, फिर घोड़े तो उतर करके गुरु साहब जी के चरणों के उत्ते सिर रख के मत्था टेकिया। महाराज के चरणों से वंदना की भाई दान सिंह जी ने। हथ जोड़ के नाले मत्था टेक रहा ते नाले कहता है गुरु जी भला, गुरु जी भला। सतगुरु आप जी ने भला किया, आप जी ने चंगा किया। महाराज आप जी ही सुख करने वाले हो, तुसीं जागदी जिउंदी हुई कला शक्ति के मालक हो। इस तरह सतगुरु जी सिखां दे नाल बचन विलास करते हुए अगे कतरानी की घाट वालों मालक श्री गुरु गोबिंद सिंह महाराज जी जा रहे हैं। फिर एक होर कौतक अरंभिया साध संगत जी महाराज गरीब नवाज साहब जी ने ये जंगल के उसके आदमियों को परखण वास्ते मालवे के इलाके के लोगों को परखण वास्ते या इस तरह कह लीए कि जो कपूरे के नाल भेजे हुए सी ना आखिरी राह दसण वाले उन्होंने परखण वास्ते महाराज ने कौतक अरंभिया। जंगल देश आया कि जंगल के उस इलाके के लोगों को परखण वास्ते सतगुरु जी ने इस तरह गरीब नवाज साहब जी ने आख्या। उस मौके से सुभाषमान कंठ तो सतगुरु गोबिंद सिंह साहब जी महाराज बोले। सतगुरु कहते भाई सानू तो बहुत ज्यादा प्यास लगी है, सानू तो देह बहुत ज्यादा लगी है। अपने नाल दे गुरसिखां नूं कहण लगे कि लभो कितों पानी मिल जाए। गर्मी की रुत सी साध संगत जी 1762 फिकर की संमत है, 1705 ईस्वी सन है। गर्मी की रुत है, विसाख का महीना है। विसाख के महीने में आप भी जानते हैं कि कितनी गर्मी होती है, ये गर्मी के दिनों में प्यास लगती है, ज्यादा प्यास लगती है। सतगुरु गरीब नवाज साहब जी नाल दे सिखां नूं कहण लगे कि पानी कुछ पानी लभो, सानू प्यास बहुत ज्यादा लगी है। ते महाराज साहब जी का वचन सुन करके नाल दे गुरसिख सारे इधर उधर पानी खोजन लगे, भालन लगे। ते
जिन्ने भी नाल दे सिंह सी ना 1400 बैराग सिंह सी महाराज दे नाल, ये सारे कुछ बैराग सी, कुछ होर गुरु के सिख, ये 1400 के लगभग उस वेले गिनती सी। ते सिंह जिहड़े हजूरीए सिंह महाराज की हाजरी च रहने वाले, बाकी सारे पुछण लगे कि पानी हैगा किसे कोल। सतगुरां नूं प्यास बहुत लगी, सतगुरां नूं देह लगी है, सारे वारी वारी पुछदे हैं। होर किसी कोले पानी नहीं सी उस वेले सिंहां दे पास। पानी की एक मशक सी खाने दे कोले, जिहड़ा कोटकपूरे वाले कपूरे ने अपना आदमी भेजिया, उसके नाल कोई होर भी आदमी सी जिन्हों मुरखा बना के भेजिया, अगले पासे राह दसन वाला, ये लागे रस्ते का राह दसन वाला सा। उस खाने के कोले तो पानी की मशक सी। उस वेले बूझन करे संग गठ ते जदों पुछया कि तुहाडे पास पानी है, पर वो मुकर गया साथ संग खाना, ਉਹਦੇ ਕੋਲੇ बचत भरी सी पानी की, कहता कि मेरे कोले तो पानी नहीं है। फिर उन्हें अपने मन में ख्याल किया कि हुण पानी कितों लभना, नहीं तो पानी सिर्फ मेरे को ही है, तो मैं मुल देना पानी, मुल बेचा। मन में चितविया कि मैं रुपये लै करके फिर पानी देवांगा। फिर होरां दे पास पुछया उन्होंने गुरसिखां ने कि किसी को पानी है, पर किसी को पानी ना जो प्राप्त होया, तो सारे गल सुना दी कि गुरु साहब के वास्ते पानी चाहिए भाई, जे किसी को पानी हो। महाराज साहब जी बहुत ज्यादा प्यास लगी है दशमेश पातशाह जी को, पानी जे किसी को होवे ते दे दिओ। जो देखिया ना कि सारे पुछते कि को नहीं मिले पानी, तो पता मेरे को ही, फिर दस दिता कि पानी मेरे को है, पर मैं मुफ्त नहीं जे देना, पानी मेरे को है, मैं तो मुल बेचना है, मुल लवांगा तो फिर पानी देवांगा। कहता कि 1 रुपया लेना पूरा चांदी का रुपया, 1 रुपया दो ते पानी का कटोरा लै लो। उस वेले 1 रुपया बहुत ज्यादा सी साथ संगत, उस वेले 1 रुपया, क्योंकि उस मौके के उत्ते 10-12 रुपये के थोड़ा सोना ही सी। 1 रुपया कितना बन गया, जानो कि अज के 1000 तो भी वध कीमत रखने वाला हो। उन्हें आख्या कि 1 रुपया लवांगा रजत पान, रजत कहते चांदी कि चांदी का 1 रुपया लवांगा तो फिर पानी का कटोरा देवांगा। कहता कि पानी बड़ा ठंडा, अत सीखल मशकले में रखा है, जिन्हें शोरा पा के ठंडा पीता हो, इस तरह ठंडा है। उस मौके के उत्ते गुरु साहब जी के सेवक ने 1 रुपया दे करके ते पानी ले लिया कटोरा भर के। कटोरा भर के गुरु साहब जी अगे ले जाता जा, ते पहलों बेनती कर देते महाराज चांदी का रुपया दे के ते फिर देता खाने ने 1 कटोरा पानी। उन्हें क्या उतरा नहीं देना, मुल देना। ये बेनती करके फिर जल सतगुरु जी को दिता। सतगुरु ने अपने हथों में पानी का कटोरा लै लिया, नजर भर के तकिया, वेख के पानी वाले ते डोल दिता। महाराज तो मरकी करते सी, सतगुरु ने छकना थोड़ा सा। गरीब नवाज साहब ने पानी के कटोरे वाले वेख के ते जल जिहड़ा सी रोड़ दिता। उस मौके ते वो नेड़े ही अपने डोल करके ते फिर वजन किया। महाराज कहते सिक्का जिहड़ा पानी को लेके आया ना खाने को, वो पानी का असीं पीता नहीं है, ये साफ नहीं सी पानी।
इस करके पीने के योग नहीं सी, साफ नहीं सी पानी कि असीं डोल दिता है। या सिखा एक होर कटोरा लैके खाने देखो, एक होर जगदा कटोरा लिया। जे असीं निर्मल देखांगे कि विच मैल ना होए, साफ होया पानी, ते फिर छक लवांगे, फिर पी लवांगे। एक कटोरा होर लिया, उस सेवक ने फिर खाने कोले जाके आख्या की आख्या, एक कटोरा आख्या कि गुरु साहब जी ने एक कटोरा होर जलदा मंगया, इस करके भाई खाने एक कटोरा जलदा होर दे। वो कहने लगा मैं ऐसा नहीं देता, मैं नहीं देवांगा, ये मैं पानी अपने वास्ते रखिया वा, मैनू भी पीने वास्ते चाहिए, पानी लभना नहीं इतों मेरा, गर्मी की रुत है, पानी किते है नहीं, मैं तो अपने पीने वास्ते रखिया है। और उन्होंने सिखा ने आख्या तू तो मशक भरी फिरदा, सारा पीवेगा कि तेरे कोले तो बहुत पानी है, मशक भरी हो रही है, एक कटोरा और दे दे। खाने प्रभु को प्यास लगी है, श्री गुरु गोबिंद सिंह महाराज को ये लगी है, तो तू क्यों नहीं पानी का कटोरा देता? कहता हूँ 1 रुपये ना भी गल बनती, हूँ तो सोने की मोहर लैनी है, सोने की मोहर एक देवोगे तो एक कटोरा जल का देवांगा, पानी का देवांगा। दीनार एक सोने की मोहर देओ, एक सोने की मोहर दे के ते फिर पानी का कटोरा भर के लै लवो मेरे तो। सिखा ने आख्या भी हुणे ते तू पहला रुपया लिया सी चांदी का, ओहो चांदी का रुपया हुण फिर लेगा। सिखा ने ये बेनती की लैला चांदी लैला ते एक कटोरा भर के दे दे। पर मूर्ख कहने लगा मैं हुण रुपये के नाल पानी नहीं देना। हाँ, ਇਹਦਾ ਅਨਵੇ अर्थ होगा कि जब हो जे पानी मोहर देओ मम, पंक्ति उसी तरह पढ़ी जानी जिन्हें आप जी ने पढ़ी है, जब हो जे मोहर देओ मम पानी। पर अर्थ वास्ते इस तरह बनेगा कि जब हो जे पानी, जे तुसी पानी चाहते हो मोहर देओ मम, फिर मैनू मोहर देओ, मैनू एक सोने की मोहर देओ जे तुसी पानी चाहते हो। फिर सतगुरां ने पुछया सिखा ने कि महाराज हुण तां कहंदा सोने की मोहर दे, फिर पानी देवांगा। ते गरीब नवाज ने आख्या कि सोने की मोहर ही दे दिओ, एक मोहर ही दे दिओ, एक पानी का कटोरा भर के ले लो। इस तरह गुरु के सिखा ने फिर कपूरे दे आदमी खाने को एक सोने की मोहर दे करके ते पानी का एक कटोरा भर के लिया। ते गरीब नवाज साहब जी ने पानी का कटोरा देख करके फिर भजन किया। ये भी महाराज के नेड़े ही आ गया उस मौके खाना, ते इहनूं वेख करके खाने नूं ते सिखां दे पास ही महाराज ने फिर भजन किया। कहने लगे कि खाने सारिया वस्तुओं तो ना पानी पतला, जिन्नियां भी वस्तुआं हैं संसार दे विच सारियां नालों पानी पतला है। महाराज कहते कि खाने सुन तू कुछ भी नहीं जानिया है, सब तो पतला पानी है, पर खाने देखो असी पानी तो भी पतला रखा, तू पानी तो भी पतला कि पानी भी मुल वेचेगा इस उस मौके के नाल सतगुरां नूं। पर इंसान इस तरह मां जो कितने दाल लग जाए तो इस तरह ही करता है। तो गरीब नवाज कहने लगे कि सब तो पतला पानी है, पर तेनों असी पानी तो नहीं पतला देखिया, तू पानी तो नहीं पतला है। असी अज तेरा भेद वेखिया है कि तू किहो जिहा, तू पानी तो नहीं पतला।
ਜਦੋਂ ਕਿਤੇ ਇਹੋ ਜਿਹਾ ਸਮਾਂ ਬਣੇ ਤੇ ਫਿਰ ਭੇਦ ਖੁੱਲ੍ਹਦੇ ਆ ਸਾਧ ਸੰਗਤ ਨੂੰ। ਫਿਰ ਪਤਾ ਲੱਗਦਾ ਵੀ ਇਨਸਾਨ ਹੈ ਅਸਲ ਵਿੱਚ ਕਿਸ ਤਰ੍ਹਾਂ ਦਾ, ਕਿਵੇਂ ਦਾ, ਇਹਦੀ ਅਸਲੀਅਤ ਕੀ ਹੈ। ਸਤਿਗੁਰੂ ਕਹਿੰਦੇ ਅੱਜ ਤੇਰਾ ਭੇਦ ਅਸੀਂ ਵੇਖਿਆ ਹੈ। ਇਸ ਤਰ੍ਹਾਂ ਇਹ ਫਰਕ ਕਰਕੇ ਕੌਤਕ ਕਰਕੇ ਤੇ ਫਿਰ ਕੁਝ ਅੱਗੇ ਸਤਿਗੁਰੂ ਜੀ ਗਏ ਤੇ ਮਾਝੇ ਦੇਸ਼ ਦੇ ਮਾਝੇ ਇਲਾਕੇ ਦੇ ਜੋ ਪੰਚਾਇਤ ਜੋ ਉਹਨਾਂ ਨੇ ਸਲਾਹ ਕੀਤੀ ਸੀ ਗੱਲ ਕਰਕੇ ਮਾਝੇ ਦੇ ਵਿੱਚ, ਉਹ ਮਾਝੇ ਦੇ ਫਿਰ ਸਿੱਖ ਆ ਗਏ। ਇਹ ਰਾਮੇ ਵਾਲੇ ਪਿੰਡ ਤੋਂ ਜਦੋਂ ਸਤਿਗੁਰੂ ਜੀ ਅੱਗੇ ਲੰਘ ਗਏ ਤੇ ਉਸ ਵੇਲੇ ਉਹ ਆ ਗਏ ਮਾਰੇ ਘੋੜੇ ਦੀ ਸਵਾਰ ਤੇ ਆ ਕਰਕੇ ਹੱਥ ਜੋੜ ਕਰਕੇ ਸਤਿਗੁਰੂ ਜੀ ਨੂੰ ਫਤਿਹ ਬੁਲਾਈ। ਜੇ ਇਹਨਾਂ ਨੇ ਕੱਚ ਕੀਤਾ ਸੀ ਨਾ ਮਾਝੇ ਦੇ ਵਿੱਚ ਸਾਰੀ ਪੰਚਾਇਤ ਨੇ ਸਾਰੇ ਪਾਸੇ। ਹੁਣ ਇਹ ਜਿਹੜੇ ਸਿੱਖ ਆਏ ਆ ਇਹਦੇ ਵਿੱਚ ਕੁਝ ਪ੍ਰੇਮੀ ਸਿੱਖ ਵੀ ਆ ਤੇ ਕੁਝ ਉਹ ਆ ਜਿਹੜੇ ਦੁਨੀ ਚੰਦ ਨਾਲ ਭੱਜ ਕੇ ਗਏ ਸੀ। 100-200 ਜਦੋਂ ਕੰਧ ਟੱਪੀ ਲੱਤ ਟੁੱਟੀ ਸਭ ਲੜ ਕੇ ਫਿਰ ਮਰਿਆ ਸੀ ਦੁਨੀ ਚੰਦ, ਉਹਦੇ ਨਾਲ ਭੱਜ ਕੇ ਗਏ ਸੀ। ਉਹਨਾਂ ਦੇ ਵੀ ਮਨ ਵਿੱਚ ਆਈ ਸੀ ਵੀ ਅਸੀਂ ਵੀ ਆਪਣੀ ਮਾਫੀ ਮੰਗ ਲਈਏ ਜਾ। ਉਹਨਾਂ ਦੇ ਨਾਲ ਬਾਕੀ ਪੰਚਾਇਤ ਤੇ ਕੁਝ ਪ੍ਰੇਮੀ ਸਿੱਖ ਵੀ ਸਨ, ਉਹ ਸਾਰੇ ਆਏ ਇਸ ਤਰ੍ਹਾਂ ਰਲੇ ਮਿਲੇ ਆ। ਕੁਝ ਸਰਕਾਰ ਦੇ ਨਾਲ ਸਾਂਝ ਰੱਖਣ ਵਾਲੇ ਪੰਚ ਨੰਬਰਦਾਰ ਆਦਿ, ਕੁਝ ਪ੍ਰੇਮੀ ਸਿੱਖ ਸ਼ਰਧਾਲੂ ਵੀ ਆ, ਸਿੱਖੀ ਵੀ ਆ। ਉਹ ਸਾਰੇ ਆਏ ਤੇ ਉਹਨਾਂ ਨੇ ਆ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਫਤਿਹ ਬੁਲਾਈ ਹੈ। ਮਹਾਰਾਜ ਦੇ ਚਰਨਾਂ ਕਮਲਾਂ ਦੇ ਉੱਤੇ ਸੀਸ ਝੁਕਾਇਆ। ਹੁਣ ਦੋਵਾਂ ਪਾਸੇ ਦੇ ਸਿੱਖ ਜਦੋਂ ਆਪਸ ਵਿੱਚ ਮਿਲੇ ਤੇ ਬਹੁਤ ਖੁਸ਼ ਹੋਏ। ਇੱਧਰ ਜਿਹੜੇ ਮਹਾਰਾਜ ਦੇ ਨਾਲ ਦੇ ਸਿੱਖ ਸੀ, ਉਧਰੋਂ ਜਿਹੜੇ ਮਾਝੇ ਵਿੱਚੋਂ ਇਕੱਠ ਆਇਆ, ਇਕੱਠ ਵੱਡਾ ਆਇਆ ਸੀ। ਤਾਂ ਉਹ ਆਪਸ ਵਿੱਚ ਜਦੋਂ ਮਿਲੇ ਆ ਤੇ ਦੋਵਾਂ ਪਾਸੇ ਦੇ ਸਿੱਖ ਬਹੁਤ ਖੁਸ਼ ਹੋਏ। ਤਾਂ ਉਸ ਵੇਲੇ ਇੱਧਰਲੇ ਸਿੱਖ ਉਹਨਾਂ ਨੂੰ ਕਹਿਣ ਲੱਗੇ ਕਿ ਬੜੇ ਭਲੇ ਸਮੇਂ ਤੁਸੀਂ ਗੁਰੂ ਸਾਹਿਬ ਦੇ ਨਾਲ ਆ ਕੇ ਮੇਲਾ ਕੀਤਾ, ਕਿ ਮਹਾਰਾਜ ਨਾਲ ਆ ਕੇ ਮਿਲੇ ਹੋ ਤੁਸੀਂ, ਬੜੇ ਚੰਗੇ ਸਨ। ਉਹਨਾਂ ਦੇ ਮਨ ਵਿੱਚ ਖਿਆਲ ਆਉਂਦਾ ਇਹ ਸੀ ਕਿ ਹੁਣ ਪਿੱਛੋਂ ਫੌਜ ਚੜ੍ਹ ਕੇ ਆ ਰਹੀ, ਸ਼ਾਇਦ ਇਹ ਨਾਲ ਸੇਵਾ ਕਰਨ ਵਾਸਤੇ ਆਏ, ਕਿ ਹੁਣ ਜੰਗ ਦੇ ਵਿੱਚ ਹੱਥ ਵਟਾਉਣਗੇ ਸਾਡਾ। ਉਹਨਾਂ ਨੇ ਇਸ ਤਰੀਕੇ ਦੇ ਨਾਲ ਸੋਚਿਆ ਹੋਵੇਗਾ ਨਾ ਇਸ ਤਰ੍ਹਾਂ, ਇਹ ਤਾਂ ਆਪਾਂ ਨੂੰ ਆਪ ਖਿਆਲ ਕਰਨਾ ਪਵੇਗਾ। ਉਹਨਾਂ ਨੇ ਇਹ ਗੱਲ ਆਖੀ ਇੱਧਰਲੇ ਸਿੱਖਾਂ ਨੇ ਵੀ ਬੜੇ ਚੰਗੇ ਸਮੇਂ ਤੇ ਤੁਸੀਂ ਆ ਕੇ ਮਿਲੇ ਹੋ। ਪਰ ਉਹ ਖਲੋਤੇ ਹੋਏ ਬੋਲੇ, ਆਪਣੀ ਜਿਹੜੀ ਬੇਨਤੀ ਸੀ ਖਲੋਤੇ ਹੋਏ ਬੋਲਣ ਲੱਗੇ, ਕਹਿਣ ਲੱਗੇ ਕਿ ਸਤਿਗੁਰੂ ਜੀ ਸਾਡੀ ਬੇਨਤੀ ਹੈ, ਅਸੀਂ ਆਪ ਜੀ ਨੂੰ ਕੁਝ ਬੇਨਤੀ ਰੂਪੀ ਵਚਨ ਕਰਨਾ ਚਾਹੁੰਦੇ ਹਾਂ। ਮਹਾਰਾਜ ਜਿੰਨਾ ਮਾਝਾ ਦੇਸ਼ ਹੈ ਨਾ, ਲਾਹੌਰ ਦਾ ਇਲਾਕਾ ਸਾਰਾ, ਉਹ ਸਾਰੇ ਨਗਰਾਂ ਦੇ ਲੋਕ ਮਿਲ ਕਰਕੇ ਸਤਿਗੁਰੂ ਸਾਰਾ ਹੀ ਮਾਝਾ ਆਪ ਜੀ ਦੀ ਤਰਫੋਂ ਚਿੱਤ ਵਿੱਚ ਚਿੰਤਾ ਧਾਰਨ ਕਰਦਾ ਕਿ ਆਪ ਜੀ ਦੇ ਨਾਲ ਜੋ ਕੁਝ ਵਾਪਰਿਆ। ਸਾਰਿਆਂ ਦੇ ਚਿੱਤ ਵਿੱਚ ਬੜੀ ਵੱਡੀ ਚਿੰਤਾ ਹੈ ਕਿ ਅਨੰਦਪੁਰ ਸਾਹਿਬ ਇੱਕ ਤਰ੍ਹਾਂ ਨਾਲ ਉੱਜੜ ਗਿਆ ਹੈ। ਆਪ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਰਿਵਾਰ ਖੇਰੂ ਹੋ ਗਿਆ, ਕਿੰਨੇ ਸਿੱਖ ਸ਼ਹੀਦ ਹੋ ਗਏ ਆ। ਸਾਰਿਆਂ ਸਿੱਖਾਂ ਦੇ ਵਿੱਚ ਮਹਾਰਾਜ ਚਿੰਤਾ ਹੈ ਚਿੱਤ ਦੇ। ਮਹਾਰਾਜ ਸਾਰੇ ਹੀ ਸਿੱਖ ਸ਼ੋਕ ਕਰ ਕਰਕੇ ਬਹੁਤ ਪਛਤਾਵਾ ਕੀਤਾ ਹੈ। ਜਿਹੜੇ ਮੋਤਬਾਰ ਸੀ ਨਾ ਉਸ ਜਥੇ ਦੇ ਵਿੱਚ ਪੰਚ ਨੰਬਰਦਾਰ, ਉਹ ਕਹਿਣ ਲੱਗੇ ਕਿ ਮਹਾਰਾਜ ਜਿੰਨਾ ਜਥਾ ਆਇਆ ਨਾ, ਇਹ ਮਾਝੇ ਵੱਲੋਂ ਇਹ ਪੰਚਾਇਤ ਨੇ ਸੰਗਤ ਨੇ ਭੇਜਿਆ, ਇਹ ਸਾਰਾ ਜਥਾ ਆਪ ਜੀ ਨੂੰ ਬੇਨਤੀ ਕਰਨ ਵਾਸਤੇ ਆਇਆ ਹੈ। ਮਹਾਰਾਜ ਆਪ ਜੀ ਘੋੜੇ ਦੇ ਥੱਲੇ ਉਤਰੋ ਤੇ ਸਾਡੀ ਬੇਨਤੀ ਸਾਰੀ ਸੁਣ ਲਵੋ। ਜਦੋਂ ਇਹਨਾਂ ਨੇ ਪਹਿਲਾਂ ਬੇਨਤੀ ਕਰ ਰਹੇ ਉਸ ਵੇਲੇ ਦਿਮਾਗ ਘੋੜੇ ਤੇ ਅਸਵਾਸ ਆਖਿਆ, ਸਤਿਗੁਰੂ ਜੀ ਘੋੜੇ ਤੋਂ ਹੇਠਾਂ ਉਤਰ ਕੇ ਤੇ ਸਾਡੀ ਬੇਨਤੀ ਸਾਰੀ ਸੁਣ ਲਓ, ਅਸੀਂ ਆਪ ਜੀ ਨੂੰ ਕੁਝ ਬੇਨਤੀ ਕਰਨਾ ਚਾਹੁੰਦੇ ਹਾਂ। ਮਹਾਰਾਜ ਸਾਨੂੰ ਪੰਚਾਇਤ ਨੇ ਭੇਜਿਆ, ਬਹੁਤ ਵੱਡੇ ਇਕੱਠ ਨੇ ਭੇਜਿਆ ਮਾਝੇ ਦੇ ਵਿੱਚੋਂ। ਉਹਨਾਂ ਸਾਰੇ ਗੁਰਸਿੱਖਾਂ ਦਾ ਮਹਾਰਾਜ ਕਿਹਾ ਹੋਇਆ ਜਿਹੜਾ ਬੇਨਤੀ ਰੂਪੀ ਵਚਨ ਹੈ ਆਪ ਜੀ ਸੁਣ ਲਵੋ। ਇਸ ਤਰ੍ਹਾਂ ਉਹਨਾਂ ਗੁਰਸਿੱਖਾਂ ਦੀ ਬੇਨਤੀ ਸੁਣ ਕਰਕੇ ਫਿਰ ਸਤਿਗੁਰੂ ਜੀ ਖਲੋ ਗਏ। ਜਾ ਰਹੇ ਸਨ ਅੱਗੇ ਕਲਾਰੇ ਦੀ ਢਾਲ, ਪਰ ਸਤਿਗੁਰੂ ਜੀ ਰੁਕ ਗਏ ਕਿ ਹੁਣ ਇਹ ਸਾਰੇ ਕਿੱਡਾ ਵੱਡਾ ਇਕੱਠ ਆਇਆ ਹੈ ਸਾਨੂੰ ਬੇਨਤੀ ਕਰਨ ਵਾਸਤੇ, ਤੇ ਇਹਨਾਂ ਦੀ ਬੇਨਤੀ ਸੁਣੀ ਨਹੀਂ
इस करके महाराज जी रुक गए। सतगुरु जी रोक के घोड़ा से घोड़े को उतर गए। उतर के ते फिर महाराज साहब जी बैठना कीता है। कुछ महाराज साहब जी के नाल दे जिहड़े साथी सी वो नहीं उतरे घोड़ियां ते, वो घोड़ियां के सवार ही रहे। ਉਹਦਾ ਕਾਰਨ ਇਹ ਸੀ ਪਿੱਛੇ ਫੌਜ ਆ ਰਹੀ ਹੈ, ਤਿਆਰ ਪਰ ਤਿਆਰ ਰਹਿਣਾ, ਮੁਕਾਬਲਾ ਕਰਨਾ। ਇਸ ਕਰਕੇ ਕੁਝ ਜਿਹੜੇ ਮਹਾਰਾਜ ਦੇ ਸਾਥੀ ਸਿੰਘ ਵਾ ਉਹ ਘੋੜਿਆਂ ਤੋਂ ਨਹੀਂ ਉਤਰੇ, ਸਤਿਗੁਰੂ ਜੀ ਉਤਰ ਪਏ ਆ ਤੇ ਉਹ ਨਾਲ ਦੇ ਸਾਥੀ ਘੋੜਿਆਂ ਦੇ ਸਵਾਰ ਹੀ ਹਨ। ਪਰ ਕੁਝ ਉਤਰ ਵੀ ਪਏ ਹਨ। ਉਹ ਆ ਗਏ ਅਤੇ ਗੁਰੂ ਸਾਹਿਬ ਜੀ ਥੱਲੇ ਬਿਠਾ ਉਤਰ ਕੇ ਬੈਠ ਕੇ ਆਪਾਂ ਵੀ ਮਹਾਰਾਜ ਦੇ ਕੋਲੇ ਚੱਲ ਕੇ सेवा कर रही। कुछ घोड़िया उतर के गुरु साहब जी के पास आ खलोते हैं। माझे इलाके में जिन्ने सिख सी आए वो भी सामने आके खलो गए, बैठ गए आकर के। जानो कि गुरु साहब जी का बड़ा दीवान ही लग गया, इन्हां दी बेनती सुनने वास्ते, ये सुनाउण वास्ते हाजिर हो गए। और सारे ने कमर कसा कीता होया। उधर गुरु गोबिंद सिंह महाराज के नाल जिन्ने सिंह सी उन्होंने भी कमर कसा कीता। जिहड़े माझे वालों आए सी उन्होंने भी शस्त्र हत्थां विच सन, सारे हथियारबंद सी ते कमर कसे कीते होए हन। इधर जिहड़े गुरु गोबिंद सिंह महाराज के नाल सी ये तां पूरे तैयार पर तैयार सी ना, हत्थां दे विच बंदूकां फड़ियां होईयां ते तोड़े जिहड़े सी ओह सुलग रहे सी कि जे हुणे दुश्मन की फौज चढ़ के आउंदी है ते हुणे तोड़े तार देवांगे ते गोलियां चला देवांगे। क्योंकि 100 लग रही सी, हवाई आ रही सी भी पिछले तुर्कां की फौज है। सरहद का सूबा वजीर खान वो हजारां की गिनती में फौज लैके आ रहा है। ये 100 मिल रही सी, 100 आ रही सी, हवाई आ रही सी कि जां शाम नूं जां सवेरे लड़ाई जरूर पै जानी आ। सरहद के सूबा भावें उन्हें शामां नूं ही आ पहुंचे ते नहीं तो सवेर देख के उन्हें आ ही जाना ते लड़ाई का मुकाबला हो जाना। इस करके गुरु के सिखा ने बंदूकां ते सारे शस्त्र तैयार पर तैयार हुए सन। गुरु साहब जी के नाल दे सिंह लड़न वास्ते पूरी तैयारी करके तैयार पर तैयार हो गए सन। जिथे सतगुरु जी घोड़े तो हेठा उतर के खलोते ना साध संगत जी, उत्थे उच्चा दरख्त सी, बहुत उच्चा दरख्त खलोता होया सी। महाराज साहब जी ने एक सिंह को आख्या भी सिंघा दरख्त से चढ़ पड़े ते दरख्त से चढ़ के पिछले पासे वेख के फौज आउंदी है तुर्कां दी दिसदी है, उत्ते चढ़ के तू निगरानी रख। ते जदों दूर आउंदी नहीं तेनों निगर पै गई ना कि धूड़ घट्टा उड़दा दूर फौज आ रही है, उत्तों चढ़ के उत्ते दरख्त से वेख उसे वेले खबर देनी। इस तरह पूरा निगरानी पहरा चंगी तरह करके एक सिंह नूं दरख्त ते चढ़ा के भी निगाह रखे। इधर महाराज साहब जी बैठ के ते माझे के जिन्ने सिख आए उन्हां दी बेनती सुनने वास्ते तैयार हो गए। और इन्हां माझे वाले सारे सिंघां ने जिहदे विच पंचायत है वड्डी गिनती विच पंचायती बंदे हन, तां उन्हां सारियां ने फिर जिहड़ी गाथा है सारी अपनी बेनती के सहित सुनाई। कहने लगे कि सतगुरु जी माझे देश के जिन्ने बहुते पिंड हैं महाराज असीं माझे दे विच एक वड्डा भारी इकट्ठ कीता ते सारे माझे दे जिहड़े मुखी मानव हैं मुखी लोग हैं सारे मिले हैं, सारे सिख। महाराज उस संगत में पंच लोग भी मिले, पंच सरपंच नंबरदार वो भी सारे मिले। उदों भावें सरपंच नहीं सी हुंदा पर पंची कह दिंदे सन उन्हां दिनां विच ते नंबरदार कह दिंदे सी जां चौधरी कह दिंदे सन कि महाराज जिन्ने कह लो कि बहुत बार पिंड दे आगू महाराज बहुत बार जिन्ने बंदे सी वो भी मिले ते जिन्ने प्रेमी सिख सी गुरु साहब जी आप जी दे वो भी मिले उस इकट्ठ विच। जिन्हां दे पिता भी सिख सी ते जिन्हां दे दादा जी भी सिख सी, ऐसे सिख भी उस इकट्ठ विच मिले। जदों उस इकट्ठ दे विच उस इकत्तरता दे विच
ਆਪ ਜੀ ਦੀ ਸਾਰੀ ਗਾਥਾ ਮਹਾਰਾਜ ਸਿੱਖਾਂ ਨੇ ਸੁਣੀ ਤੇ ਸੁਣ ਕੇ ਤੇ ਆਪਸ ਵਿੱਚ ਮਿਲ ਕੇ ਬਹੁਤ ਸ਼ੋਕ ਦੇ ਸਹਿਤ ਹੋਏ ਵੀ ਇੰਨੀ ਵੱਡੀ ਘਟਨਾ ਘਟ ਗਈ। ਅਨੰਦਪੁਰ ਸਾਹਿਬ ਛੱਡਣਾ ਪੈ ਗਿਆ, ਗੁਰੂ ਸਾਹਿਬ ਜੀ ਦੇ ਪੁੱਤਰ ਸ਼ਹੀਦ ਹੋ ਗਏ। ਮਹਾਰਾਜ ਦੇ ਇਕੱਠ ਦੇ ਵਿੱਚ ਜਦੋਂ ਆਪ ਜੀ ਦੇ ਬਾਰੇ ਗੱਲਬਾਤ ਚੱਲੀ ਤੇ ਸਾਰੇ ਸਿੱਖ ਜਿਨ੍ਹਾਂ ਦੇ ਪਿਤਾ ਦਾਦੇ ਵੀ ਆਪ ਜੀ ਦੇ ਸਿੱਖ ਸੀ, ਉਹਨਾਂ ਨੇ ਵੀ ਇਹ ਗਾਥਾ ਸੁਣੀ। ਪਿੰਡਾਂ ਦੇ ਪੰਚਾਂ ਨੇ ਵੀ, ਬਹੁਤ ਵਾਰ ਆਗੂਆਂ ਨੇ ਵੀ ਇਹ ਗੱਲ ਸੁਣੀ ਤੇ ਸਾਰਿਆਂ ਦੇ ਚਿੱਤ ਵਿੱਚ ਬਹੁਤ ਵੱਡਾ ਸ਼ੋਕ ਹੋਇਆ। ਤੇ ਮਹਾਰਾਜ ਉਸ ਵੇਲੇ ਸਾਰੇ ਸਿੱਖਾਂ ਨੇ ਆਪਣੇ ਆਪ ਨੂੰ ਧਰਕਾਰ ਕੇ ਲਾਹਣਤਾਂ ਪਾਈਆਂ ਵੀ ਅਸੀਂ ਗੁਰੂ ਕੇ ਸਿੱਖ ਹਾਂ। ਇਹ ਸਾਰੇ ਦੇਸ਼ ਨੇ ਗੁਰੂ ਸਾਹਿਬ ਤੋਂ ਬੇਮੁਖਤਾ ਪ੍ਰਾਪਤ ਕਰ ਲਈ ਹੈ, ਬੇਮੁਖ ਹੋ ਗਏ ਹਾਂ। ਤੇ ਜਿਹੜੀ ਮੁੱਢ ਕਦੀਮ ਦੀ ਸਿੱਖੀ ਹੈ ਸੀ ਕਿ ਅਸੀਂ ਭਾਗਾਂ ਤੋਂ ਹਿਣੇ ਹੋ ਗਏ। ਮੁੱਢ ਕਦੀਮ ਦੀ ਸਿੱਖੀ ਸੀ, ਸਾਡੇ ਕੋਲੇ ਪਿਤਾ ਦਾਦੇ ਸਾਡੇ ਸਿੱਖ ਸੀ, ਪਰ ਅਸੀਂ ਨਿਭਾ ਨਹੀਂ ਸਕੇ। ਇਹ ਸਾਧ ਸੰਗਤ ਜੀ ਉਸੇ ਇਕੱਠ ਵਿੱਚ ਉਹਨਾਂ ਨੇ ਆਖਿਆ, ਜਿਹੜੇ ਗਿਣਤੀ ਦੇ ਲੋਕ ਸਨ ਦੁਨੀ ਚੰਦ ਨਾਲ ਭੱਜ ਕੇ ਆਏ ਸੀ, ਉਹਨਾਂ ਨੇ ਇਹ ਗੱਲ ਆਖੀ। ਕੁਝ ਬਾਕੀ ਪ੍ਰੇਮੀਆਂ ਨੇ ਵੀ ਇਹ ਗੱਲ ਕਹੀ ਵੀ ਆਪਾਂ ਨੂੰ ਜਾਣਾ ਚਾਹੀਦਾ ਸੀ, ਇਸ ਮੌਕੇ ਤੇ ਆਪਾਂ ਜਾ ਨਹੀਂ ਸਕੇ ਮਹਾਰਾਜ ਸਾਹਿਬ ਦੀ ਸੇਵਾ ਦੇ ਵਿੱਚ। ਤੋ ਇਸ ਤਰੀਕੇ ਨਾਲ ਉਹ ਬੇਨਤੀ ਦੱਸ ਰਹੇ ਆ ਕਿ ਮੁੱਢ ਕਦੀਮ ਦੀ ਸਿੱਖੀ ਸੀ, ਅਸੀਂ ਭਾਗਾਂ ਤੋਂ ਹਿਣਿਆ ਨੇ ਨਿਭਾਈ ਨਹੀਂ ਹੈ। ਮਹਾਰਾਜ ਜਦੋਂ ਇਹ ਸਾਰੀ ਸਲਾਹ ਹੋਈ ਤੇ ਫਿਰ ਵਿਚਾਰ ਕਰਕੇ ਸਿੱਖਾਂ ਨੂੰ ਇਕੱਤਰ ਕੀਤਾ, ਇਕੱਠੇ ਕੀਤਾ। ਸਾਰੀ ਸਲਾਹ ਕਰਕੇ ਪੰਚਾਇਤ ਨੇ ਤੇ ਫਿਰ ਮਹਾਰਾਜ ਸਾਨੂੰ ਆਪ ਜੀ ਦੀ ਤਰਫ ਭੇਜਿਆ ਹੈ ਤੇ ਮਹਾਰਾਜ ਸਾਨੂੰ ਕੁਝ ਕਹਿਣ ਵਾਸਤੇ ਭੇਜਿਆ ਪੰਚਾਇਤ ਨੇ। ਅਸੀਂ ਆਪ ਜੀ ਨੂੰ ਬੇਨਤੀ ਕਰਨ ਵਾਸਤੇ ਆਏ ਆ, ਪੰਚਾਇਤ ਨੇ ਭੇਜਿਆ, ਸਿੱਖਾਂ ਨੇ ਭੇਜਿਆ ਕਿ ਮਹਾਰਾਜ ਤੁਸੀਂ ਔਰੰਗਜ਼ੇਬ ਬਾਦਸ਼ਾਹ ਨਾਲ ਵੈਰ ਕਰਨਾ ਛੱਡ ਦਿਓ। ਇਹ ਗੱਲ ਉਸ ਮੌਕੇ ਤੇ ਇਹ ਜਿਹੜੇ ਪ੍ਰੇਮੀ ਸਿੱਖ ਉਹ ਤਾਂ ਕਹਿ ਨਹੀਂ ਸਕਦੇ ਸਾਧ ਸੰਗਤ। ਇਹ ਪੰਚਾਇਤ ਵਾਲੇ ਜਿਹੜੇ ਹੈ ਮਹਾਰਾਜ ਦੇ ਸਿੱਖ ਸੀ, ਪਰ ਪਿੰਡਾਂ ਦੇ ਵਿੱਚ ਜਿਹੜੇ ਚੌਧਰਤਾ ਕਰਦੇ ਸਨ ਜਾਂ ਪੰਚਾਇਤ ਸੀ, ਨੰਬਰਦਾਰ ਸੀ, ਉਹਨਾਂ ਨੇ ਗੱਲ ਆਖੀ ਜਿਨ੍ਹਾਂ ਦੀ ਸਰਕਾਰ ਨਾਲ ਵੀ ਸਾਂਝ ਹੈ ਤੇ ਇੱਧਰ ਵੀ ਹੈ, ਜਿਹੜੇ ਦੋਵੇਂ ਪਾਸੇ ਆਪਣੀ ਰੱਖਣਾ ਚਾਹੁੰਦੇ ਸੀ। ਉਹਨਾਂ ਨੇ ਆਖਿਆ ਕਿ ਮਹਾਰਾਜ ਤੁਸੀਂ ਬਾਦਸ਼ਾਹ ਦੇ ਨਾਲ ਵੈਰ ਕਰਨਾ ਛੱਡ ਦਿਓ। ਹੁਣ ਪਹਿਲੀ ਗੱਲ ਇੱਥੇ ਕਿ ਗੁਰੂ ਗੋਬਿੰਦ ਸਿੰਘ ਵੈਰ ਕਰਦੇ ਕਿਤੇ ਬਾਦਸ਼ਾਹ ਦੇ ਨਾਲ? ਸਤਿਗੁਰਾਂ ਦਾ ਤਾਂ ਵੈਰ ਕਿਸੇ ਨਾਲ ਹੀ ਨਹੀਂ। ਵੈਰ ਤਾਂ ਔਰੰਗਜ਼ੇਬ ਕਰਦਾ ਗੁਰੂ ਸਾਹਿਬ ਜੀ ਨਾਲ। ਤੇ ਗੁਰੂ ਸਾਹਿਬ ਦਾ ਇੱਕ ਵਾਰੀ ਵੀ ਨਹੀਂ ਚੜਾਈ ਕਰਕੇ ਗਏ ਕਿਸੇ ਪਾਸੇ। ਜਿੰਨੀਆਂ ਲੜਾਈਆਂ ਹੋਈਆਂ, ਜਿੰਨੇ ਜੰਗ ਹੋਏ ਆ, 22 ਧਾਰ ਦੇ ਰਾਜੇ ਗੁਰੂ ਸਾਹਿਬ ਤੇ ਚੜ ਕੇ ਆਉਂਦੇ ਰਹੇ ਅਨੰਦਪੁਰ ਸਾਹਿਬ। ਔਰੰਗਜ਼ੇਬ ਦੀ ਫੌਜ ਚੜ ਕੇ ਆਉਂਦੀ ਰਹੀ ਅਨੰਦਪੁਰ ਸਾਹਿਬ। ਕਿਤੇ ਨਹੀਂ ਆਇਆ ਕਿ ਅਨੰਦਪੁਰ ਸਾਹਿਬ ਤੋਂ ਫੌਜ ਚੜ ਕੇ ਗਈ ਹੋਵੇ ਔਰੰਗਜ਼ੇਬ ਵੱਲ। ਨਹੀਂ, ਮਹਾਰਾਜ ਨੇ ਫੌਜ ਕਿਤੇ ਚੜਾਈ। ਫਿਰ ਜਿਹੜਾ ਚੜ ਕੇ ਆਉਂਦਾ ਵੈਰ ਉਹ ਕਰਦਾ ਨਹੀਂ। ਇਹਨਾਂ ਨੇ ਆਖਿਆ ਜੀ ਸਾਨੂੰ ਪੰਚਾਇਤ ਨੇ ਭੇਜਿਆ ਤੇ ਅਸੀਂ ਪੰਚਾਇਤ ਰੂਪ ਦੇ ਵਿੱਚ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਬਾਦਸ਼ਾਹ ਦੇ ਨਾਲ ਵੈਰ ਛੱਡ ਦਿਓ। ਅਸੀਂ ਵਿੱਚ ਪਾਵਾਂਗੇ ਤੇ ਤੁਸੀਂ ਮੇਲ ਮਿਲਾਪ ਕਰ ਲਓ ਬਾਦਸ਼ਾਹ ਦੇ ਨਾਲ। ਮਾਰੇ ਸਾਰਾ ਕਾਰਜ ਸੌਰ ਜਾਵੇਗਾ, ਸਾਰਾ ਕਾਰਜ ਅਸੀਂ ਨਿਬੇੜਾਂਗੇ। ਅਸੀਂ ਵਿੱਚ ਪੈ ਕਰਕੇ ਬਾਦਸ਼ਾਹ ਨਾਲ ਸੁਲਾ ਸਫਾਈ ਕਰਾਵਾਂਗੇ ਆਪ ਜੀ ਦੀ। ਮਾਰੇ ਅਸੀਂ ਆਪ ਜੀ ਦੀ ਮਹਿਮਾ ਵੀ ਕਰਾਂਗੇ ਬਾਦਸ਼ਾਹ ਦੇ ਕੋਲੇ ਤੇ ਬਾਦਸ਼ਾਹ ਨੂੰ ਕਹਿ ਕੇ ਬਾਦਸ਼ਾਹ ਦੇ ਕੋਲੋਂ ਆਪ ਜੀ ਦੀ ਪੂਜਾ ਵੀ ਕਰਾਵਾਂਗੇ। ਔਰੰਗਜ਼ੇਬ ਤੁਹਾਡੀ ਪੂਜਾ ਵੀ ਕਰੇਗਾ। ਤਾਂ ਮਾਰੇ ਸਾਡੀ ਸਿੱਖੀ ਨਿਵੇਗੀ ਆਪ ਜੀ ਦੇ ਨਾਲ। ਜੇ ਤੁਸੀਂ ਲੜਾਈ ਨਾ ਕਰੋ ਬਾਦਸ਼ਾਹ ਦੀਆਂ ਫੌਜਾਂ ਨਾਲ, ਤੁਸੀਂ ਸ਼ਾਂਤੀ ਨਾਲ ਅਨੰਦਪੁਰ ਸਾਹਿਬ ਬੈਠੋ, ਅਸੀਂ ਮਾਰੇ ਵਿੱਚ ਪੈ ਕੇ ਸਾਰਾ ਝਗੜਾ ਨਿਬੇੜ ਦਿੰਦੇ ਹਾਂ। ਫਿਰ ਮਾਰੇ ਅਸੀਂ ਵੀ ਆਪ ਜੀ ਦੇ ਸਿੱਖ ਬਣੇ ਰਹਾਂਗੇ, ਆਪ ਜੀ ਦੀ ਸ਼ਰਨ ਪਏ ਰਹਾਂਗੇ। ਤੇ ਜੇ ਮਹਾਰਾਜ ਤੁਰਕਾਂ ਦੇ ਨਾਲ, ਬਾਦਸ਼ਾਹ ਦੀ ਫੌਜ ਨਾਲ ਤੁਸੀਂ ਇਹ ਬਖੇੜਾ ਰੱਖੋਗੇ ਤੇ ਫਿਰ ਸਭ ਰੀਤੀ ਕਰਕੇ ਮਾਰੇ ਵੱਡਾ ਹੀ ਕਸ਼ਟ ਬਣਿਆ ਹੋਇਆ ਹੈ। ਮਹਾਰਾਜ ਪੰਚਾਇਤ ਦੀ ਸਲਾਹ ਹੈ ਕਿ ਫਿਰ ਸਾਡੇ ਤੋਂ ਸਿੱਖੀ ਦਾ ਨਿਰਵਾਹ ਨਹੀਂ ਹੋਵੇਗਾ, ਫਿਰ ਸਾਡੇ ਤੋਂ ਆਪ ਜੀ ਦੀ ਸਿੱਖੀ ਨਹੀਂ ਨਿਭਾਈ ਜਾਵੇਗੀ।
ਲੋਕ ਹਿਰਦੇ ਵਿੱਚ ਸਿਦਕ ਤੋਂ ਰਹਿਤ ਹੋ ਰਹੇ, ਬੇਸਿਦਕੇ ਹੋ ਰਹੇ ਹਨ। ਇਹ ਕਹਿ ਕਹਿ ਮਹਾਰਾਜ ਸਾਰੇ ਦੇਸ਼ ਨੇ ਇਸ ਤਰ੍ਹਾਂ ਕਹਿ ਕੇ ਸਲਾਹ ਕਰਕੇ ਸਾਨੂੰ ਭੇਜਿਆ ਬੇਨਤੀ ਕਰਨ ਵਾਸਤੇ। ਆਪ ਜੀ ਦੇ ਉੱਤੇ ਜਿਹੜਾ ਵੱਡਾ ਸੰਕਟ ਪਿਆ ਹੋਇਆ, ਉਸ ਸੰਕਟ ਨੂੰ ਮਹਿਸੂਸ ਕਰਕੇ, ਉਸ ਸੰਕਟ ਨੂੰ ਜਾਣ ਕੇ ਆਪ ਜੀ ਦਾ ਸੰਕਟ ਦੂਰ ਕਰਨ ਵਾਸਤੇ ਸਾਨੂੰ ਭੇਜਿਆ ਹੈ। ਜਦੋਂ ਪੰਚਾਇਤ ਨੇ ਇਹ ਗੱਲ ਆਖੀ, ਪੰਚਾਂ ਨੇ, ਮੁਖੀਆਂ ਨੇ, ਤੇ ਸੁਣ ਕਰਕੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਫਿਰ ਰਿਸ ਛਾ ਗਈ, ਵੀਰ ਰਸ ਆ ਗਿਆ। ਫਿਰ ਉੱਤਰ ਕਹਿਓ, ਫਿਰ ਉੱਤਰ ਦਿੱਤਾ ਹੈ ਸਾਰਿਆਂ ਦੇ ਵਿੱਚ, ਸਾਰੇ ਇਕੱਠ ਦੇ ਵਿੱਚ। ਮਹਾਰਾਜ ਕਹਿੰਦੇ ਉਹ ਸਿੱਖ ਤਾਂ ਹੁੰਦੇ ਜਿਹੜੇ ਉਪਦੇਸ਼ ਲੈਣ। ਤੁਸੀਂ ਸਿੱਖੋ, ਸਿੱਖ ਤਾਂ ਉਹ ਹੁੰਦਾ ਜਿਹੜਾ ਗੁਰੂ ਸਾਹਿਬ ਦੇ ਕੋਲੋਂ ਉਪਦੇਸ਼ ਲੈਂਦਾ ਹੈ। ਉਲਟਾ ਤੁਸੀਂ ਸਾਨੂੰ ਉਪਦੇਸ਼ ਦਿੰਦੇ ਹੋ। ਉਲਟੀ ਗੱਲ, ਸਿੱਖ ਉਹ ਹੁੰਦਾ ਜਿਹੜਾ ਗੁਰੂ ਤੋਂ ਉਪਦੇਸ਼ ਲਵੇ, ਤੁਸੀਂ ਸਾਨੂੰ ਉਪਦੇਸ਼ ਦੇਣ ਵਾਸਤੇ ਆਏ, ਤੁਸੀਂ ਸਾਨੂੰ ਸਿੱਖਿਆ ਦੇਣ ਵਾਸਤੇ ਆਏ ਹੋ। ਕਈ ਵਾਰੀ ਐਸੀ ਕਹਾਣੀ ਪੈ ਜਾਂਦੀ ਹੈ ਸਾਧ ਸੰਗਤ, ਸਿੱਖ ਨੇ ਸਾਰੀ ਜ਼ਿੰਦਗੀ ਪਹਿਲੇ ਸਾਹ ਤੋਂ ਲੈ ਕੇ ਆਖਰੀ ਸਾਹ ਤੱਕ ਗੁਰੂ ਦੇ ਕੋਲੋਂ ਸਿੱਖਦੇ ਹੀ ਰਹਿਣਾ। ਸਾਡਾ ਸਿੱਖ ਨਾਮ ਹੀ ਤਾਂ ਹੈ ਵੀ ਅਸੀਂ ਸਾਰੀ ਜ਼ਿੰਦਗੀ ਸਿੱਖਣਾ ਹੀ ਸਿੱਖਣਾ। ਸਿੱਖੀ ਨਾਮ ਹੀ ਸਿੱਖਿਆ ਦਾ, ਗੁਰੂ ਦੀ ਸਿੱਖਿਆ ਨਹੀਂ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਪਰ ਕਈ ਵਾਰੀ ਐਸਾ ਹੁੰਦਾ ਵਾ ਸਿੱਖ ਗੁਰੂ ਨੂੰ ਵੀ ਉਪਦੇਸ਼ ਦੇਣ ਲੱਗ ਪੈਂਦਾ। ਅੱਜ ਕੱਲ ਵੀ ਇਸ ਤਰ੍ਹਾਂ ਦਾ ਹੀ ਵਾਤਾਵਰਨ ਬਣਿਆ ਪਿਆ ਕਿ ਸਿੱਖ ਜਿਹੜਾ ਨਾ ਕਈ ਵਾਰੀ ਆਪਣੇ ਮਨ ਦੇ ਵਿੱਚੋਂ, ਕਿਉਂਕਿ ਕਈ ਗੁਰਲੇ ਉੱਠਦੇ ਰਹਿੰਦੇ ਆ, ਉਹਦੇ ਅਨੁਸਾਰ ਕਈ ਵਾਰੀ ਗੁਰੂ ਨੂੰ ਸਿੱਖਿਆ ਦੇਣ ਲੱਗ ਪੈਂਦਾ। ਪਰ ਸਤਿਗੁਰੂ ਗਰੀਬ ਨਵਾਜ ਕਹਿੰਦੇ ਕਿ ਸਿੱਖ ਤੇ ਹੁੰਦਾ ਜਿਹੜਾ ਗੁਰੂ ਤੋਂ ਉਪਦੇਸ਼ ਲਵੇ, ਉਲਟਾ ਤੁਸੀਂ ਸਾਨੂੰ ਸਿੱਖਿਆ ਦਿੰਦੇ ਹੋ। ਸਾਨੂੰ ਮਹਾਰਾਜ ਕਹਿੰਦੇ ਤੁਹਾਡੀ ਕੋਈ ਇੱਛਾ ਹੀ ਨਹੀਂ ਹੈ। ਪਹਿਲਾਂ ਵੀ ਤੁਸੀਂ ਬਿਨਾਂ ਦੇਰੀ ਤੋਂ ਭੱਜ ਗਏ ਸੀ, ਵਿੱਚ ਕੁਝ ਉਹ ਸੀ ਮਹਾਰਾਜ ਜਾਣਦੇ ਜਿਹੜੇ ਦੁਨੀ ਚੰਦ ਦੇ ਨਾਲ ਭੱਜੇ ਸਨ। ਮਹਾਰਾਜ ਕਹਿੰਦੇ ਪਹਿਲਾਂ ਵੀ ਬਿਨਾਂ ਦੇਰੀ ਤੋਂ ਤੁਸੀਂ ਭੱਜ ਗਏ ਸੀ। ਜਿਹੜੇ ਚਲੇ ਗਏ ਸੋ ਚਲੇ ਗਏ, ਹੁਣ ਭੱਜੇ ਰਹੋ, ਹੁਣ ਕਾਹਦੇ ਵਾਸਤੇ ਆਏ। ਇਸੇ ਤਰ੍ਹਾਂ ਦੂਜਾ ਕੀਤਾ ਹੈ, ਗਏ ਸੋ ਗਏ, ਜਿਹੜੇ ਚਲੇ ਗਏ ਉਹ ਚਲੇ ਗਏ, ਰਹੇ ਸੋ ਭਾਗੇ, ਜਿਹੜੇ ਸਾਡੇ ਕੋਲ ਰਹਿ ਗਏ ਉਹ ਭਾਗਾਂ ਵਾਲੇ ਰਹਿ ਗਏ। ਜਿਹੜੇ ਭਾਗਾਂ ਵਾਲੇ ਸੀ ਉਹ ਸਾਡੇ ਕੋਲ ਰਹਿ ਗਏ, ਜਿਹੜੇ ਭਾਗਾਂ ਤੋਂ ਨਹੀਂ ਸੀ ਉਹ ਭੱਜ ਗਏ। ਮਾਰੇ ਕਹਿੰਦੇ ਹੁਣ ਤੁਹਾਨੂੰ ਕੌਣ ਬਣਾਉਣ ਲੱਗਿਆ, ਤੁਹਾਨੂੰ ਕੌਣ ਸੱਦਣ ਲੱਗਾ ਹੈ। ਤੁਸੀਂ ਸਾਡਾ ਝਗੜਾ ਨਿਬੇੜਨਾ ਚਾਹੁੰਦੇ ਹੋ, ਪਰ ਤੁਸੀਂ ਸਾਨੂੰ ਇਹ ਦੱਸੋ ਤੁਹਾਡੀ ਪੰਚਾਇਤ ਉਸ ਵੇਲੇ ਕਿੱਥੇ ਗਈ ਸੀ ਪਹਿਲਾਂ। ਜਦੋਂ ਸਾਡੇ ਵੱਡੇ ਸਤਿਗੁਰੂ ਪੰਜਵੇਂ ਪਾਤਸ਼ਾਹ, ਜੇ ਸੰਸਾਰੀ ਰਿਸ਼ਤੇ ਵਜੋਂ ਵੇਖੀਏ ਨਾ, ਤੇ ਪੰਚਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੜਦਾਦਾ ਜੀ ਲੱਗਦੇ ਸਨ। ਸੰਸਾਰੀ ਰਿਸ਼ਤਾ ਸਕੇ ਪੜਦਾਦਾ ਜੀ। ਜਿਸ ਵੇਲੇ ਸਾਡੇ ਵੱਡੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ, ਤੱਤੀ ਲੋਹ ਤੇ ਚੌਕੜਾ ਲਾਇਆ, ਉਬਲਦੀ ਦੇਗ ਵਿੱਚ ਬੈਠੇ, ਸੀਸੇ 'ਚ ਤੱਤਾ ਰਹਿੰਦਾ ਪਿਆ ਲਾਹੌਰ ਦੇ ਵਿੱਚ। ਜਦੋਂ ਸਾਡੇ ਪੰਚਮ ਪਾਤਸ਼ਾਹ ਸਤਿਗੁਰੂ ਜੀ ਦੀ ਸ਼ਹੀਦੀ ਹੋਈ, ਉਦੋਂ ਤੁਸੀਂ ਕਿੱਥੇ ਗਏ ਸੀ? ਵੱਡੇ ਰਾਜੀਨਾਮਾ ਕਰਾਉਣ ਵਾਲੇ ਤੁਸੀਂ, ਸੁਲਾ ਸਪਾਹੀ ਝਗੜਾ ਮੇਟਣ ਆਏ, ਉਦੋਂ ਤੁਹਾਡੀ ਪੰਚਾਇਤ ਕਿੱਥੇ ਸੀ? ਉਦੋਂ ਕਿਉਂ ਨਾ ਤੁਸੀਂ ਲਾਹੌਰ ਗਏ ਤੇ ਜਾ ਕੇ ਤੁਸੀਂ ਕਿਉਂ ਨਾ ਗੱਲਬਾਤ ਕੀਤੀ ਉਸ ਵੇਲੇ? ਜਦੋਂ ਪੰਜਵੇਂ ਪਾਤਸ਼ਾਹੀ ਨੇ ਸ਼ਹੀਦੀ ਪਾਈ, ਉਦੋਂ ਤੁਸੀਂ ਕਿੱਥੇ ਸੀ? ਆਪੋ ਆਪਣੇ ਘਰਾਂ ਵਿੱਚ ਉਦੋਂ ਤੁਸੀਂ ਅੰਦਰ ਵੜੇ ਰਹੇ ਘਰ ਧਾਰਨ ਕਰਕੇ। ਉਦੋਂ ਤੁਹਾਡੀ ਸਾਰੀ ਪੰਚਾਇਤ ਦਾ ਹੀ ਫਲ ਹਾਰ ਗਿਆ। ਉਦੋਂ ਜਾਂਦੇ ਤੁਸੀਂ ਜਦੋਂ ਪੰਜਵੇਂ ਪਾਤਸ਼ਾਹ ਦੀ ਤੱਤੀ ਲੋਹ ਤੇ ਬੈਠੇ। ਫਿਰ ਸਾਡੇ ਪਿਤਾ ਸਤਿਗੁਰੂ ਜੀ ਨੌਵੇਂ ਪਾਤਸ਼ਾਹ ਹੋਏ, ਤੇ ਜਿਨ੍ਹਾਂ ਸਤਿਗੁਰਾਂ ਨੇ ਦਿੱਲੀ ਵਿੱਚ ਜਾ ਕਰਕੇ ਕੁਰਬਾਨੀ ਕੀਤੀ,
श्री गुरु तेग बहादुर साहब महाराज पिता जी जो दिल्ली अपना सीस देने वास्ते गए उस वेले माझे तो आदि जिहड़े होर भी देश हैं उन्हां सारियां ने ये सारी पंचायत इस करके तुसीं क्यों चुप हो गए उदों डर धारण करके उदों जाते गलबात करते ਜਦੋਂ ਸਾਡੇ ਪਿਤਾ ਸਤਿਗੁਰੂ ਜੀ ਨੇ ਤਿਲਕ ਜੰਮੂ ਦੀ ਰਾਖੀ ਵਾਸਤੇ ਆਪਣਾ ਸੀਸ ਕੁਰਬਾਨ ਕੀਤਾ ਉਦੋਂ ਮਾਝੇ ਤੋਂ ਆਦਿਕ ਇੱਥੇ ਕੱਲੇ ਮਾਝੇ ਦੀ ਗੱਲ ਨਹੀਂ ਹੁਣ ਇੱਥੇ ਆਈ ਆਦਿਕ ਆ ਗਿਆ ਨਾਲ ਸਾਸ ਮਹਾਰਾਜ ਕਹਿੰਦੇ ਮਾਝੇ ਤੋਂ ਆਦਿਕ ਜਿਹੜੇ ਸਾਰੇ ਦੇਸ਼ ਵਾਸੀ ਆ ਉਦੋਂ ਕਿਉਂ ਨਾ ਤੁਸੀਂ ਪੰਚਾਇਤ ਰੂਪ ਦੇ ਵਿੱਚ ਗਏ ਉਦੋਂ ਕਿਸੇ ਨੇ ਵੀ ਜਾ ਕੇ ਬਾਦਸ਼ਾਹ ਦੇ ਅੱਗੇ ਗੱਲਬਾਤ ਨਾ ਕੀਤੀ ਉਦੋਂ ਝਗੜੇ ਵਿੱਚ ਪੈ ਕੇ ਝਗੜਾ ਨਿਬੇੜਦੇ ਉਦੋਂ ਤੁਹਾਡੇ ਵਿੱਚੋਂ ਕੋਈ ਵੀ ਪੰਚਾਇਤ ਦਾ ਬੰਦਾ ਇਸ ਝਗੜੇ ਵਿੱਚ ਨਹੀਂ ਜਾ ਕੇ ਪਿਆ ਉਦੋਂ ਤੁਹਾਡੇ ਵਿੱਚੋਂ ਕਿਸੇ ਨੇ ਜਾ ਕੇ ਝਗੜਾ ਕਿਉਂ ਨਹੀਂ ਨਿਬੇੜਿਆ ਉਦੋਂ ਫਿਰ ਅਸੀਂ ਜਾਣਦੇ ਨਾ ਤੁਹਾਨੂੰ ਜੇ ਪਿਤਾ ਸਤਿਗੁਰੂ ਜੀ ਨੂੰ ਛੁਡਾ ਕੇ ਲਿਆਉਂਦੇ ਤੁਸੀਂ ਜੇ ਪੰਚਮ ਪਾਤਸ਼ਾਹ ਜੀ ਦੇ ਉਸ ਲਾਹੌਰ ਦੇ ਵਿੱਚ ਜਾ ਕਰਕੇ ਪੰਚਮ ਪਾਤਸ਼ਾਹ ਜੀ ਨੂੰ ਲੈ ਕੇ ਉਦੋਂ ਵਿੱਚ ਮਿਲ ਕੇ ਗੱਲਬਾਤ ਕਰਦੇ ਉਦੋਂ ਕਿਉਂ ਨਹੀਂ ਤੁਸੀਂ ਗਏ ਜੇ ਉਦੋਂ ਤੁਸੀਂ ਕਾਰਜ ਕੀਤਾ ਹੁੰਦਾ ਤੇ ਤੁਹਾਡਾ ਕੀਤਾ ਕਾਰਜ ਅਸੀਂ ਆਪਣੇ ਮਨ ਵਿੱਚ ਜਾਣਦੇ ਤੇ ਫਿਰ ਤੁਹਾਡਾ ਹੁਣ ਦਾ ਕਿਹਾ ਹੋਇਆ ਵੀ ਅਸੀਂ ਮੰਨ ਲਈਏ ਜੇ ਉਦੋਂ ਤੁਸੀਂ ਵਿੱਚ ਪੈ ਕਰਕੇ ਉਦੋਂ ਕੋਈ ਕਾਰਜ ਕੀਤਾ ਹੁੰਦਾ ਪੰਚਮ ਪਾਤਸ਼ਾਹ ਦੇ ਵੇਲੇ ਨਾਵੇਂ ਪਾਤਸ਼ਾਹ ਦੇ ਵੇਲੇ ਤਾਂ ਹੁਣ ਦਾ ਤੁਹਾਡਾ ਕਹਿਣਾ ਜਿਹੜਾ ਸੀ ਅਸੀਂ ਮੰਨ ਲੈਂਦੇ ਪਰ ਤੁਹਾਡੇ ਕਿਸੇ ਤੋਂ ਕੋਈ ਕਾਰਜ ਪਹਿਲਾਂ ਨਹੀਂ ਕੋਈ ਸੌਰਿਆ ਉਦੋਂ ਤਾਂ ਤੁਸੀਂ ਇਹ ਵੀ ਨਹੀਂ ਜਣਾਉਣਾ ਕੀਤਾ ਕਿ ਅਸੀਂ ਸਿੱਖ ਹਾਂ ਗੁਰੂ ਸਾਹਿਬਾਂ ਤੁਹਾਡੇ ਤੋਂ ਪੰਜਵੇਂ ਪਾਤਸ਼ਾਹ ਦੇ ਵੇਲੇ ਇਹ ਵੀ ਗੱਲ ਨਾ ਆਖੀ ਗਈ ਉੱਥੇ ਜਾ ਕੇ ਕਿ ਅਸੀਂ ਗੁਰੂ ਕੇ ਸਿੱਖ ਹਾਂ ਨਾਵੇਂ ਪਾਤਸ਼ਾਹ ਵੇਲੇ ਨਾ ਆਖੀ ਗਈ ਕਿ ਅਸੀਂ ਗੁਰੂ ਕੇ ਸਿੱਖ ਹਾਂ ਉਹ ਝਗੜਾ ਤੁਸੀਂ ਕੀ ਨਿਬੇੜਨਾ ਸੀ ਇੰਨੀ ਗੱਲ ਨਾ ਤੁਸੀਂ ਕਹਿ ਸਕੇ ਕਿ ਅਸੀਂ ਇਹਨਾਂ ਦੇ ਸਿੱਖ ਹਾਂ ਹੁਣ ਤੁਸੀਂ ਸਾਰੇ ਇਕੱਠੇ ਹੋ ਕੇ ਸਾਨੂੰ ਉਪਦੇਸ਼ ਕਰਨ ਵਾਸਤੇ ਆ ਗਏ ਹੋ ਕੋਈ ਇਹ ਗੱਲ ਕਹਿੰਦੀਆਂ ਤੁਹਾਨੂੰ ਸ਼ਰਮ ਨਾ ਆਈ ਲੱਜਾਏ ਕਹਿੰਦੇ ਲੱਜਾ ਸ਼ਰਮ ਮਾਰੇ ਕਹਿੰਦੇ ਜਦੋਂ ਇਹ ਗੱਲ ਆਜੀ ਆ ਜੀ ਅਸੀਂ ਵਿੱਚ ਪੈ ਕੇ ਔਰੰਗਜ਼ੇਬ ਨਾਲ ਤੁਹਾਡੇ ਰਾਜੀਨਾਮਾ ਕਰਾ ਦਿੰਦੇ ਆ ਇਹ ਝਗੜਾ ਨਿਬੇੜ ਦਿੰਦੇ ਆ ਮਾਰੇ ਕਹਿੰਦੇ ਗੱਲ ਕਹਿੰਦੇ ਤੁਹਾਨੂੰ ਸ਼ਰਮ ਨਾ ਆਈ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਔਰੰਗਜ਼ੇਬ ਨਾਲ ਵੈਰ ਨਾ ਕਰੋ ਅਸੀਂ ਕਿਹੜਾ ਵੈਰ ਕੀਤਾ ਔਰੰਗਜ਼ੇਬ ਨਾਲ ਇਸ ਕਰਕੇ ਸਿੱਖ ਹੁੰਦਾ ਗੁਰੂ ਤੋਂ ਉਪਦੇਸ਼ ਲਵੇ ਤੁਸੀਂ ਉਲਟਾ ਸਾਨੂੰ ਉਪਦੇਸ਼ ਦੇਣ ਲੱਗ ਪਏ ਚੰਗੇ ਤੁਸੀਂ ਸਿੱਖ ਮਹਾਰਾਜ ਕਹਿੰਦੇ ਸਾਨੂੰ ਸਿੱਖਿਆ ਦਿੰਦੇ ਹੋ ਤੁਹਾਨੂੰ ਸ਼ਰਮ ਨਹੀਂ ਆਈ ਇਹ ਗੱਲ ਕਹਿਣ ਲੱਗਿਆ ਤੇ ਇਹੋ ਜੇ ਤੁਹਾਨੂੰ ਸਿੱਖ ਕਰਕੇ ਅਸੀਂ ਕੀ ਲੈ ਲਵਾਂਗੇ ਤੇ ਜਦੋਂ ਕੋਈ ਕਾਰਜ ਪੈ ਜਾਵੇ ਤੁਹਾਡੇ ਵਰਗੇ ਸਿੱਖ ਤਾਂ ਉਦੋਂ ਦਗਾ ਦੇ ਕੇ ਭੱਜ ਜਾਂਦੇ ਤੁਹਾਨੂੰ ਅਸੀਂ ਸਿੱਖ ਬਣਾ ਕੇ ਲੈਣਾ ਕੀ ਆ ਮਹਾਰਾਜ ਕਹਿੰਦੇ ਜਦੋਂ ਲੋੜ ਪਈ ਤੇ ਉਦੋਂ ਤੁਸੀਂ ਫੇਰ ਦਗਾ ਦੇ ਕੇ ਭੱਜ ਜਾਣਾ ਚੱਲ ਦੇ ਕੇ ਭੱਜ ਜਾਣਾ ਚੱਲ ਕਰ ਇਸ ਕਰਕੇ ਜਿਹੜਾ ਸਿੱਖ ਗੁਰੂ ਸਾਹਿਬ ਨੇ ਬਣਾਇਆ ਨਾ ਉਹ ਤੇ ਲੱਖਾਂ ਦੇ ਵਿੱਚੋਂ ਇੱਕ ਇੱਕ ਚੁਣ ਕੇ ਬਣਾਇਆ ਸਾਧ ਸੰਗਤ ਮਹਾਰਾਜ ਨੇ ਅਨੰਦਪੁਰ ਸਾਹਿਬ ਜਦੋਂ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ ਨਾ ਖੰਡੇ ਬਾਟੇ ਦਾ ਅੰਮ੍ਰਿਤ ਤੇ ਮਹਾਰਾਜ ਨੇ ਆਖਿਆ ਸੀ ਕੋਈ ਸਿੱਖ ਆਵੇ ਤੇ ਸਿਰ ਦਵੇ ਫਿਰ ਲੱਖਾਂ ਦੀ ਗਿਣਤੀ ਤੋਂ ਇੱਕ ਇੱਕ ਕਰਕੇ 5 ਸਿਰ ਲਏ ਸੀ ਤੇ ਫਿਰ ਸਿੱਖੀ ਦਿੱਤੀ ਸੀ ਤੇ ਅੱਜ ਕੱਲ੍ਹ ਕਿਹਾ ਜਾਂਦਾ ਕਿ ਸ਼ਹਿਰਾ ਫਰੀ ਦੇ ਦਾਂਗੇ ਜੀ ਕਿਰਪਾਨ ਫਰੀ ਦੇ ਦਾਂਗੇ ਜੀ ਸਿੱਖੀ ਪ੍ਰਾਪਤ ਕਰੋ ਹਾਂ ਜਿਹੜਾ ਨਹੀਂ ਖਰੀਦ ਸਕਦਾ ਸਰਕਾਰ ਉਹਨੂੰ ਫਰੀ ਦੇ ਦੇ ਕੋਈ ਮਾੜੀ ਗੱਲ ਨਹੀਂ ਪਰ ਸਿੱਖੀ ਫਰੀ ਵਾਲੀ ਗੱਲ ਨਹੀਂ ਹੈਗੀ ਜਿਹਨੂੰ ਧੱਕੇ ਨਾਲ ਤੇ ਫਰੀ ਦਿੱਤੀ ਜਾਵੇਗੀ ਉਹਨੇ ਪਾਉਣਾ ਵੀ ਉਹਨੇ ਦੇਣੀ ਹੈ ਮਹਾਰਾਜ ਨੇ ਆਖਿਆ ਸਿਰ ਵੱਢੂਗਾ ਤੇ ਫਿਰ ਸਿੱਖੀ ਰਹੂਗਾ ਪਹਿਲਾਂ ਸਿਰ ਦਿਓ ਆਪਣੀ ਅਕਲ ਦਿਓ ਮਨ ਵਿੱਚ ਸਤਿਗੁਰ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ ਪਹਿਲਾਂ ਮਨ ਮੈਨੂੰ ਦੇ ਤੇ ਫਿਰ ਤੈਨੂੰ ਸਿੱਖੀ ਦੇਣਾ ਪਹਿਲਾਂ ਸਿਰ ਦੇ ਮਾਰੇ ਨੇ ਆਖਿਆ ਪਹਿਲਾਂ ਮਰਨ ਕਬੂਲ
जीवन की छठ आस हो सपना की रेणुका, तो आओ हमारे पास, जाओ तो प्रेम खेलन का जाओ, सिर धर तली गली मेरी आओ, इत मार्ग पैर सरीजै सिर दीजै कान न कीजै। वो असी सिख फिर जिन्होंने आख्या सी ये मेरे सिख 1.25 लाख से एक लड़ाऊं, तब गोबिंद सिंह नाम बताऊं। महाराज कहते ਤੁਹਾਡੇ ਵਰਗਿਆਂ ਨੂੰ ਸਿੱਖ ਬਣਾ ਕੇ ਕੀ ਕਰਨਾ, ਜਦੋਂ ਕਾਰਜ ਪੈਣਾ ਤੁਸੀਂ ਦਗਾ ਦੇ ਕੇ ਭੱਜ ਜਾਣਾ ਹੈ। महाराज कहते ਇੱਥੇ ਲਿਖ ਕੇ ਤੇ ਫਿਰ ਚਲੇ ਜਾਓ, ਇੱਥੇ ਲਿਖ ਕੇ ਦੇ ਦਿਓ ਕਿ ਅਸੀਂ ਸਿੱਖ ਨਹੀਂ ਹਾਂ, ਇੱਥੇ ਲਿਖ ਕੇ ਤੇ ਫਿਰ ਆਪਦੇ ਦੇਸ਼ ਨੂੰ ਵਾਪਸ ਮੁੜ ਜਾਓ। ਇਹ ਪੰਚਾਇਤ ਨੂੰ ਆਖਿਆ, ਇਸ ਪੰਚਾਇਤ ਦੇ ਵਿੱਚ ਕਈ ਪ੍ਰੇਮੀ ਸਿੱਖ ਵੀ ਸੀ। ਇਹ ਕੱਲ ਨੂੰ ਸਾਰਾ ਪ੍ਰਸੰਗ ਅੱਗੇ ਇਹ ਖੁਲਾਸਾ ਹੋਵੇਗਾ ਸਾਧ ਸੰਗਤ ਵਿੱਚ। फिर उस वे पंचायत ने रामली वाले पिंड के अगले पासे खदराने की ढाल तो पिछां उत्थे ये बदावा लिखिया, ते फिर देख के पिछां होने ते इन्हां विचों जिहड़े प्रेमी सी उन्होंने आख्या तुसीं की कर दिता, ये बदावा लिख के सारे देश नूं ही बेवकूफ कर दिता। फिर भाई मान सिंह विच प्रेमी सिंह सी, उन्हें आख्या कि आपां तो नहीं जाना वापस, पिछों फौज आ रही है ते इत्थे हुण फौज नाल लड़ के ते शहीदियां पावांगे। फिर 5 निकले, 5 तो बाद फिर 6 7 8 गिनती 40 हो गई। फिर इन्होंने एक ताल भी माई भाग हौल ते फिर किवें अगे सारा प्रसंग विच आवेगा। फिर इन्होंने शहीदियां पा के लिखिया पंचायत ने बदावा, ते फिर प्रेमी सिखां ने शहीदियां पा करके खदराने की ढाल से गुरु गोबिंद सिंह महाराज तो भाई मान सिंह ने बदावा करवाया। वो कल नूं अगे गाथा आवेगी। गुरु जी के नाम इतिहास की विचार साझी करते हैं। कोई भुलों चुकां की सतगुरु जी को संगत जी खिमा देव देवो सज्जन असीसरियां जो साधक सुने। जगत गुरु धन श्री गुरु नानक देव साहब जी महाराज सानू सारियां अपने दर पर की सिੱਖੀ से भरोसा करदा भावना बख्शे। हे गोबिंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे मया धार। अंधकूप महापयान नानक पाए उतार। आए प्रभ शरणागत कृपा निध दयाल। एक अक्षर हर मन बसत नानक होत निहाल। कथा निदा व्रत होत है सुनहो सिंह सुजान। नानक गुर गोबिंद सिंह जी सदा करे कल्याण।